ਕੀ ਸੋਚਿਆ ਸੀ ਉਦੋਂ ਜਦੋਂ ਇਹ ਦੇਸ਼ ਦੀ ਆਜ਼ਾਦੀ ਲਈ ਤੇ ਦੇਸ਼ ਆਜ਼ਾਦ ਹੋਇਆ ਤੇ ਹੁਣ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਔਰ ਕੀ ਬਣੇਗਾ। ਸਾਨੂੰ ਆਉਣ ਵਾਲੀ ਨਸਲਾਂ 'ਤੇ ਹੋਰ ਤਰਸ ਆ ਰਿਹਾ ਹੈ ਕਿ ਜੋ ਅਸੀਂ ਤਾਂ ਜੋ ਕੁਛ ਹਾਂ ਜੋ ਆਉਣ ਵਾਲੀਆਂ ਨਸਲਾਂ ਨੇ ਉਹ ਸਾਡੀਆਂ ਕਿਹਨੂੰ ਲੀਡਰ ਕਹਿਣਗੀਆਂ ਤੇ ਕਿਹਨੂੰ ਲੀਡਰ ਨਾ ਕਹਿਣਗੀਆਂ। ਉਹ ਜਿਹੜਾ ਸੰਵਿਧਾਨ ਵੀ ਹੈਗਾ ਹੁਣ ਆਪਾਂ ਦੇਖਦੇ ਹਾਂ ਅੱਜ ਉਹਦੀਆਂ ਵੀ ਤਰਜੀਹਾਂ ਉਡਾਈਆਂ ਜਾ ਰਹੀਆਂ ਨੇ। ਅੱਜ ਜਿਹੜਾ ਆਪਾਂ ਚੁਣ ਕੇ ਲੀਡਰ ਭੇਜਦੇ ਹੈਗੇ ਆ ਦਰਅਸਲ ਉਹ ਲੀਡਰ ਇਹ ਸਾਡਾ ਹੁੰਦਾ ਹੀ ਨਹੀਂ। ਪਹਿਲੀ ਗੱਲ ਤਾਂ ਇੱਥੋਂ ਹੀ ਨਹੀਂ ਹੁੰਦਾ, ਪਰ ਜਦੋਂ ਉਹ ਬੈਠਦਾ ਪਾਰਲੀਮੈਂਟ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਉੱਥੇ ਜਾ ਕੇ ਉਹਦੀ ਆਵਾਜ਼ ਜਿਹੜੀ ਹੈਗੀ ਆ ਉਹਦੀ ਗੱਲਬਾਤ ਦਾ ਤਰੀਕਾ ਹੈ ਉਹ ਸਭ ਬਦਲ ਜਾਂਦਾ ਹੈਗਾ। ਲਗਭਗ ਸਾਰੇ ਜਿੰਨੇ ਬੰਦੇ ਰਾਜ ਕਰਨ ਵਾਲੇ ਕਿਸੇ ਪਾਰਟੀ 'ਚ ਬੈਠੇ ਹੋ ਸਕਦੇ ਆ ਉਹ ਸਾਰੇ ਇਸ ਕੰਮ 'ਚ ਮੁਲੱਵਸ ਹੈ, ਸ਼ਾਮਲ ਆ। ਚਾਹੇ ਨਸ਼ਾ ਵੇਚਣ ਦਾ ਕੰਮ ਹੈ, ਚਾਹੇ ਹੋਰ ਇਲੀਗਲ ਕੰਮ ਜਿੰਨੇ ਚੱਲਦੇ ਆ। ਸੋ ਇਸ ਵਕਤ ਜੋ ਦੇਸ਼ ਦੀ ਹਾਲਤ ਆ ਬਿਲਕੁਲ ਹੀ ਜੋ ਸਾਡੇ ਦੇਸ਼ ਭਗਤਾਂ ਨੇ ਆਜ਼ਾਦੀ ਘੁਲਾਟੀਆਂ ਨੇ ਭਗਤ ਸਿੰਘ ਨੇ ਸਾਰੀ ਬੈਕਗਰਾਉਂਡ ਆ ਜੋ ਉਹਨਾਂ ਨੇ ਚਾਹਿਆ ਸੀ ਸੰਦੇਸ਼ ਬਿਲਕੁਲ ਹੀ ਅਸੀਂ ਨੇੜੇ ਨਹੀਂ ਸਗੋਂ ਗਿਰਾਵਟ ਵੱਲ ਚਲੇ ਗਏ। ਕਿਉਂਕਿ ਪਾਲਿਸੀ ਮੇਕਰ ਹੀ ਸਾਡੇ ਲੀਡਰ ਨੇ ਸਾਰੇ ਜਿਹੜੇ ਬੇਸਿਕਲੀ ਕੁਆਲੀਫਾਈਡ ਹੋਣੇ ਚਾਹੀਦੇ, ਐਟਲੀਸਟ ਪੋਲੀਟੀਕਲ ਸਾਇੰਸ ਦੀ ਉਹਨਾਂ ਕੋਲ ਡਿਗਰੀ ਹੋਣੀ ਚਾਹੀਦੀ ਹੈ ਜਿਹੜਾ ਲੀਡਰ ਪੋਲੀਟਿਕਸ ਦੇ ਵਿੱਚ ਆਉਂਦਾ। ਹੀ ਸ਼ੁੱਡ ਨੋ ਦ ਹਿਸਟਰੀ ਆਫ ਪੋਲੀਟਿਕਸ, ਹੀ ਸ਼ੁੱਡ ਨੋ। ਉਹਨਾਂ ਕਈਆਂ ਨੂੰ ਤਾਂ ਪੁੱਛੋ ਤਾਂ MLA ਦਾ ਫੁੱਲ ਫਾਰਮ ਨਹੀਂ ਆਉਂਦੀ ਉਹਨਾਂ ਨੂੰ। ਜਿੰਨੇ ਚਿਰ ਲੀਡਰ ਹੀ ਉਹ ਹੈ ਜਿਹੜਾ ਜਨਤਾ ਦਾ ਸੋਚੇ, ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਵਰਗੇ ਲੀਡਰ ਹੁੰਦੇ ਸੀ। ਉਸ ਗੱਲ ਪਾਸੇ ਕਿਹਾ ਜਾ ਰਿਹਾ ਹੈ, ਪ੍ਰਚਾਰਿਆ ਜਾ ਰਿਹਾ ਵੀ ਇਹ ਪੋਲੀਟਿਕਸ ਬੜੀ ਗੰਦੀ ਗੇਮ ਹੁੰਦੀ ਹੈ, ਇੱਕ ਚਿੱਕੜ ਹੈਗਾ, ਇਹਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਹੈ, ਤੁਸੀਂ ਆਪਣਾ ਵੱਖਰੇ ਰਹੋ। ਪਰ ਆਪ ਉਸ ਚਿੱਕੜ ਦੇ ਵਿੱਚ ਜੋ ਕਰ ਰਹੇ ਆਪਾਂ ਨੂੰ ਨਜ਼ਰ ਆ ਰਿਹਾ ਹੈਗਾ। ਤਿੰਨਾਂ ਗੱਲਾਂ ਦੇ ਵਿੱਚ ਦੱਸਾਂ ਕਿ ਕਿਸੇ ਵੀ ਨੇਸ਼ਨ ਨੂੰ ਬਿਲਡ ਕਰਨ ਵਾਸਤੇ ਯੂ ਨੀਡ 3 ਥਿੰਗਸ। 1 ਇਜ਼ ਪਾਲਿਸੀ ਮੇਕਿੰਗ, ਸੈਕੰਡ ਇਜ਼ ਪਾਲਿਸੀ ਇੰਪਲੀਮੈਂਟੇਸ਼ਨ ਐਂਡ ਥਰਡ ਇਜ਼ ਜੁਡੀਸ਼ਰੀ। ਜਿਹੜਾ ਪਾਲਿਸੀ ਇੰਪਲੀਮੈਂਟ ਠੀਕ ਨਹੀਂ ਕਰਦਾ ਉਹਨੂੰ ਪਨਿਸ਼ ਕਰੋ। ਸਰਦਾਰ ਪ੍ਰਤਾਪ ਸਿੰਘ ਜਿਨ੍ਹਾਂ ਨੇ ਕਿ ਆਜ਼ਾਦੀ ਦੀ ਜਿਹੜੀ ਲਹਿਰ ਸੀਗੀ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ, ਉਹਨਾਂ ਨੂੰ ਫਰੀਡਮ ਫਾਈਟਰ ਦਾ ਵੀ ਖਿਤਾਬ ਦਿੱਤਾ ਗਿਆ ਸੀ। ਅੱਜ ਉਹਨਾਂ ਦਾ 100ਵਾਂ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਬਹੁਤ ਵੱਡੀਆਂ ਸ਼ਖਸੀਅਤਾਂ ਇੱਥੇ ਹਾਜ਼ਰ ਹੋਈਆਂ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਸੋਚਿਆ ਸੀ ਜਦੋਂ ਦੇਸ਼ ਆਜ਼ਾਦ ਹੋਣਾ ਸੀ, ਸਾਡਾ ਮੁਲਕ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਸੁਪਨਿਆਂ ਦਾ ਮੁਲਕ ਬਣ ਪਾਇਆ ਜਾਂ ਨਹੀਂ ਬਣ ਪਾਇਆ, ਸਾਰੀਆਂ ਸਰਕਾਰਾਂ ਨੂੰ ਕਰਨਾ ਕੀ ਚਾਹੀਦਾ ਸੀਗਾ ਤੇ ਉਹ ਕੀ ਕਰ ਰਹੀਆਂ ਨੇ। ਸਾਡੇ ਸਭ ਤੋਂ ਪਹਿਲੇ ਨੇ ਡਾਕਟਰ ਜਗਦੀਸ਼ ਨੇ, ਇਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਦੋ ਹੀ ਡਾਕਟਰ ਸਾਹਿਬ ਮੇਰੇ ਸਵਾਲ ਨੇ ਜੀ। ਇੱਕ ਤਾਂ ਸਰਕਾਰਾਂ ਜਿਹੜੇ ਸ਼ਹੀਦ ਹੋ ਗਏ ਉਹਨਾਂ ਨੇ ਕੀ ਸੋਚਿਆ ਸੀਗਾ ਤੇ ਸਾਡੇ ਜਿਹੜੇ ਨੇਤਾ ਨੇ ਉਹ ਕੀ ਕਰ ਰਹੇ ਨੇ। ਅਸੀਂ ਕਿਸੇ ਦੀ ਗੱਲ ਨਹੀਂ ਕਰ ਰਹੇ, ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਹੇ। ਮੈਂ ਅੰਗਰੇਜ਼ੀ ਰਾਜ ਵੀ ਵੇਖਿਆ ਹੈ, 1947 ਤੋਂ ਪਹਿਲਾਂ ਦਾ ਵੀ ਸਮਾਂ ਦੇਖਿਆ ਹੈ, ਉਸ ਤੋਂ ਬਾਅਦ ਵੀ ਦੇਖ ਰਿਹਾ ਹਾਂ। 1947 ਤੋਂ ਪਹਿਲਾਂ ਵੀ ਜਿਸ ਤਰ੍ਹਾਂ ਦੀ ਚੋਣਾਂ ਹੁੰਦੀਆਂ ਸੀ ਉਹ ਹੋਰ ਤਰ੍ਹਾਂ ਦੀਆਂ ਸੀ। ਅੰਗਰੇਜ਼ ਚਲੇ ਗਏ ਤੇ ਸਾਡਾ ਸਿਸਟਮ ਹੀ ਸਾਰਾ ਜਿਹੜਾ ਚੋਣਾਂ ਦਾ ਹੈ ਜਦੋਂ ਦਾ ਹੱਥ ਆਇਆ ਹੈ। ਪਹਿਲਾਂ ਅੱਛੇ ਬੰਦੇ ਖੜੇ ਹੁੰਦੇ ਸੀ, ਆਪ ਉਹਨਾਂ ਨੂੰ ਤਰਲੇ ਲੈ ਕੇ ਖੜੇ ਕੀਤਾ ਜਾਂਦਾ ਸੀ ਕਿ ਤੁਸੀਂ ਖੜੇ ਹੋ ਔਰ ਦੇਸ਼ ਦੀ ਵਾਗਡੋਰ ਸੰਭਾਲੋ। ਅੱਜ ਦਾ ਜੋ ਮਾਹੌਲ ਚੱਲ ਰਿਹਾ ਹੈ ਇਹਦੇ ਵਿੱਚ ਧੱਕੇ ਨਾਲ ਖੜੇ ਹੁੰਦੇ ਨੇ ਔਰ ਉਹ ਇਸ ਦੇਸ਼ ਦੀ ਵਾਗਡੋਰ ਸੰਭਾਲਣ ਲਈ ਪੂਰਾ ਧੱਕਾ ਵਰਤ ਰਹੇ ਨੇ। ਸੋ ਸਾਨੂੰ ਇਸ 'ਤੇ ਬਹੁਤ ਅਫਸੋਸ ਹੁੰਦਾ ਹੈ, ਦੁੱਖ ਹੁੰਦਾ ਹੈ ਕਿ ਅਸੀਂ ਕਿਹੜਾ ਯੁੱਗ ਵੇਖਿਆ ਸੀ, ਕੀ ਸੋਚਿਆ ਸੀ ਉਦੋਂ ਜਦੋਂ ਇਹ ਦੇਸ਼ ਦੀ ਆਜ਼ਾਦੀ ਲਈ ਤੇ ਦੇਸ਼ ਆਜ਼ਾਦ ਹੋਇਆ ਤੇ ਹੁਣ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਔਰ ਕੀ ਬਣੇਗਾ। ਸਾਨੂੰ ਆਉਣ ਵਾਲੀ ਨਸਲਾਂ 'ਤੇ ਹੋਰ ਤਰਸ ਆ ਰਿਹਾ ਹੈ ਕਿ ਜੋ ਅਸੀਂ ਤਾਂ ਜੋ ਕੁਛ ਹਾਂ ਜੋ ਆਉਣ ਵਾਲੀਆਂ ਨਸਲਾਂ ਨੇ ਉਹ ਸਾਡੀਆਂ ਕਿਹਨੂੰ ਲੀਡਰ ਕਹਿਣਗੀਆਂ ਤੇ ਕਿਹਨੂੰ ਲੀਡਰ ਨਾ ਕਹਿਣਗੀਆਂ। ਇਹ ਮੈਨੂੰ ਸਮਝ ਨਹੀਂ ਆ ਰਹੀ। ਅੱਛਾ ਡਾਕਟਰ, ਸਰਕਾਰਾਂ ਦੇਖੋ ਪੰਜਾਬ ਜਿਹੜਾ ਨਸ਼ਾ ਬੜੀ ਵੱਡੀ ਸਮੱਸਿਆ ਹੈ, ਪੰਜਾਬ ਕਰਜ਼ੇ 'ਚ ਡੁੱਬ ਗਿਆ। ਜੋ ਲੀਡਰਾਂ ਨੂੰ ਕਰਨਾ ਚਾਹੀਦਾ ਸੀ ਕਿਆ ਉਹ ਨਹੀਂ ਕਰ ਰਹੇ, ਇਹਨਾਂ ਦਾ ਬਿਲਕੁਲ ਧਿਆਨ ਨਹੀਂ ਹੈ ਤੇ ਆਖਰ ਲੋਕ ਕਰਨ ਤੇ ਕਰਨ ਕੀ। ਲੀਡਰ ਸਾਹਿਬਾਨ ਜਿਹੜੇ ਨੇ ਉਹ ਆਪਣੇ ਇੰਡੀਵਿਜੂਅਲਿਸਟਿਕ ਬਣ ਗਏ ਨੇ ਔਰ ਉਹ ਆਪਣਾ ਹੀ ਸੋਚਦੇ ਨੇ, ਉਹ ਜਨਤਾ ਦਾ ਨਹੀਂ ਸੋਚਦੇ। ਜਿੰਨੇ ਚਿਰ ਲੀਡਰ ਹੀ ਉਹ ਹੈ ਜਿਹੜਾ ਜਨਤਾ ਦਾ ਸੋਚੇ, ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਵਰਗੇ ਲੀਡਰ ਹੁੰਦੇ ਸੀ, ਜਿਨ੍ਹਾਂ ਦਾ ਸਭ ਕੁਝ ਹੁੰਦਿਆਂ ਹੋਇਆਂ ਵੀ, ਜ਼ੋਰ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਕਦੀ ਸਰਕਾਰੀ ਪਦਵੀ ਨਹੀਂ ਸੀ ਲਈ ਔਰ ਉਹ ਪੂਰੀ ਕੌਮ ਵਾਸਤੇ, ਦੇਸ਼ ਵਾਸਤੇ ਮਰ ਮਿਟਣ ਨੂੰ ਤਿਆਰ ਹੁੰਦੇ ਸੀ। ਲੀਡਰ ਉਹੋ ਜਿਹੇ ਚਾਹੀਦੇ ਨੇ, ਲੀਡਰ ਇਹੋ ਜਿਹੇ ਨਹੀਂ ਚਾਹੀਦੇ ਕਿ ਜਿਹੜੇ ਆਪਣਾ ਹੀ ਸੋਚਣ, ਆਪਣੇ ਪਰਿਵਾਰ ਦਾ ਹੀ ਸੋਚਣ।
ਇਹਨਾਂ ਦੇ ਪਰਿਵਾਰ ਹੀ ਅੱਗੇ ਆਉਣ। ਇਹ ਤੇ ਉਹੋ ਹੀ ਫਿਰ ਜੋ ਔਰੰਗਜ਼ੇਬ ਵੇਲੇ ਜਾਂ ਬਾਕੀ ਮੁਸਲਮਾਨ ਜਿਹੜੇ ਰਾਜੇ ਮਹਾਰਾਜੇ ਜਾਂ ਹੋਰ ਜਿਹੜੇ ਹੋਏ ਨੇ, ਜਾਂ ਭਾਵੇਂ ਸਿੱਖ ਸਨ ਤੇ ਭਾਵੇਂ ਹਿੰਦੂ ਸਨ ਤੇ ਭਾਵੇਂ ਮੁਸਲਮਾਨ ਸਨ, ਜੋ ਉਦੋਂ ਹੁੰਦੀ ਸੀ ਕਿ ਸਾਡਾ ਹੀ ਪਰਿਵਾਰ ਅੱਗੇ ਆਉਣਾ ਹੈ, ਤੇ ਫਿਰ ਜਨਤਾ ਦੀ ਸੇਵਾ ਨਹੀਂ ਹੋ ਸਕਦੀ। ਧੰਨਵਾਦ ਡਾਕਟਰ ਸ਼ਾਮ ਸੁੰਦਰ ਦੀਪ ਡਾਕਟਰ ਸਾਹਿਬ, ਮੇਰੇ ਫਿਰ ਉਹੀ ਦੋ ਹੀ ਸਵਾਲ ਨੇ ਜੀ। ਕਿਆ ਸੁਪਨਿਆਂ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣ ਪਾਇਆ? ਦੇਖੋ ਜਿਵੇਂ ਪ੍ਰਤਾਪ ਸਿੰਘ ਉਹਨਾਂ ਨੇ ਵੀ ਫਰੀडम ਫਾਈਟਰ ਇੰਜੀਨੀਅਰ ਸੀਗੇ, ਉਸ ਵੇਲੇ 100 ਸਾਲ ਪਹਿਲੇ ਇਹਨਾਂ ਦਾ ਜਨਮ ਹੋਇਆ ਸੀਗਾ, ਤੇ ਅੱਜ 100 ਸਾਲ ਬਾਅਦ ਅਸੀਂ ਕਿੱਥੇ ਖੜੇ ਹਾਂ? ਬਿਲਕੁਲ ਜਿਸ ਮੌਕੇ ਤੇ ਆਪਾਂ ਅੱਜ ਗੱਲ ਕਰ ਰਹੇ ਹਾਂ, ਆਪਾਂ ਮਤਲਬ ਕਿ ਇੰਜੀਨੀਅਰ ਪ੍ਰਤਾਪ ਸਿੰਘ ਤੇ ਪਹਿਲਾਂ ਪਿਤਾ ਤੇ ਫਿਰ ਉਹਨਾਂ ਦੇ ਬੇਟੇ, ਜਿਹੜੇ ਆਪਾਂ ਕਹਿੰਦੇ 3 ਜਨਰੇਸ਼ਨ ਦੀ ਗੱਲ ਕਰ ਰਹੇ ਹਾਂ, ਤੇ ਤਿੰਨਾਂ ਜਨਰੇਸ਼ਨ ਦੇ ਵਿੱਚ ਅਸੀਂ ਕੰਟੀਨਿਊਟੀ ਦੇਖ ਰਹੇ ਹਾਂ। ਜੋ ਉਹਨਾਂ ਨੇ ਸੋਚਿਆ ਜੋ ਤੇ ਉਹ ਕਰ ਵੀ ਰਹੇ ਨੇ। ਅੱਜ ਵੀ ਆਪਾਂ ਦੇਖ ਸਕਦੇ ਹਾਂ ਕਿ ਜੋ ਉਹਨਾਂ ਨੇ ਸੋਚਿਆ ਉਹ ਅੱਜ ਵੀ ਸਾਹਮਣੇ ਹੋ ਰਿਹਾ ਹੈ। ਪਰ ਮੈਂ ਇਸ 1947 ਤੋਂ ਬਾਅਦ ਦੀ ਜਿਹੜੀ ਪ੍ਰੋਸੈਸ ਹੈ ਉਹਨੂੰ ਇੱਕ ਖਾਸ ਮਤਲਬ ਕਿ ਮੋੜ ਦੇਖਦਾ ਜਦੋਂ ਇਹ ਸਾਰੇ ਵਰਤਾਰਾ ਵਾਪਰਨਾ ਸ਼ੁਰੂ ਹੋਇਆ। ਉਹ ਇੱਕ 90-91 ਦਾ ਦੌਰ ਹੈ, ਜਦੋਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਦੇਸ਼ ਦੇ ਵਿੱਚ ਲਿਬਰਲਾਈਜੇਸ਼ਨ ਦੀ ਜਿਹੜੀ ਹੈਗੀ ਹੈ ਜਾਂ ਪ੍ਰਾਈਵੇਟਾਈਜੇਸ਼ਨ ਦੀ ਲਹਿਰ ਸ਼ੁਰੂ ਹੁੰਦੀ ਹੈ। ਤਾਂ ਇੱਕ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਆਉਂਦਾ ਹੈਗਾ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੀ ਸਾਡੀ ਕੈਪੀਟਲਿਸਟ ਫੋਰਸ ਨੇ ਉਹ ਆਉਂਦੀਆਂ ਹੈਗੀਆਂ ਨੇ। ਤਾਂ ਸਾਰਾ ਕੁਝ ਹੀ ਜਿਹੜਾ ਹੈਗਾ ਨਾ ਹੌਲੀ ਹੌਲੀ ਤੁਸੀਂ ਇਹਨੂੰ ਟਰੇਸ ਕਰ ਸਕਦੇ ਹੋ ਬਿਲਕੁਲ ਖਾਸ ਤਰੀਕੇ ਦੇ ਨਾਲ, ਕਿ ਜੋ ਅਸੀਂ ਸੋਚਿਆ ਸੀ ਅਸੀਂ ਕੁਝ ਸਾਲਾਂ ਤੱਕ ਉਹ ਕੀਤਾ, ਇੱਕ ਵਧੀਆ ਸੰਵਿਧਾਨ ਬਣਾਇਆ ਜਿੰਨਾ ਕੋਈ ਵਧੀਆ ਸੀਗਾ, ਉਹ ਉਸ ਦੇ ਮੁਤਾਬਕ ਵੀ ਚੱਲਦੇ ਆਪਾਂ ਤਾਂ ਕਾਫੀ ਕੁਝ ਅਚੀਵ ਕਰ ਸਕਦੇ ਸੀ। ਤੇ ਹੌਲੀ ਹੌਲੀ ਉਹ ਜਿਹੜਾ ਸੰਵਿਧਾਨ ਵੀ ਹੈਗਾ, ਹੁਣ ਆਪਾਂ ਦੇਖਦੇ ਹਾਂ ਅੱਜ ਉਹਦੀਆਂ ਵੀ ਤਰਜੀਹਾਂ ਉਡਾਈਆਂ ਜਾ ਰਹੀਆਂ ਨੇ। ਆਪਾਂ ਨੂੰ ਮਤਲਬ ਇਹ ਵੀ ਨਜ਼ਰ ਆ ਰਿਹਾ ਹੈਗਾ ਕਿ ਜਿਵੇਂ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਹੁੰਦਾ, ਤੇ ਕਿਉਂਕਿ ਉਹ ਸਾਰੀ ਦੀ ਸਾਰੀਆਂ ਹੁਣ ਉਹਦੇ ਵਿੱਚ ਵੀ ਦੇਖੋ ਤਾਂ ਉਹ ਜਿਹੜੇ ਫੋਰਸਿਸ ਨੇ ਉਹੀ ਇਹ ਸਾਰਾ ਕੁਝ ਕਰਵਾ ਰਹੀਆਂ ਨੇ। ਅੱਜ ਜਿਹੜਾ ਆਪਾਂ ਚੁਣ ਕੇ ਲੀਡਰ ਭੇਜਦੇ ਹੈਗੇ ਆ, ਦਰਅਸਲ ਉਹ ਲੀਡਰ ਇਹ ਸਾਡਾ ਹੁੰਦਾ ਹੀ ਨਹੀਂ। ਪਹਿਲੀ ਗੱਲ ਤਾਂ ਇੱਥੋਂ ਹੀ ਨਹੀਂ ਹੁੰਦਾ, ਪਰ ਜਦੋਂ ਉਹ ਬੈਠਦਾ ਪਾਰਲੀਮੈਂਟ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ, ਉੱਥੇ ਜਾ ਕੇ ਉਹਦੀ ਆਵਾਜ਼ ਜਿਹੜੀ ਹੈਗੀ ਹੈ, ਉਹਦੀ ਗੱਲਬਾਤ ਦਾ ਤਰੀਕਾ ਹੈ, ਉਹ ਸਭ ਬਦਲ ਜਾਂਦਾ ਹੈਗਾ। ਤਾਂ ਇਸ ਕਰਕੇ ਆਪਾਂ ਇਹਨੂੰ ਕਾਰਪੋਰੇਟਾਈਜੇਸ਼ਨ ਤੇ ਜਿਹੜੀ ਹੈਗੀ ਹੈ ਸਾਡੀ ਮਤਲਬ ਕਿ ਕੈਪੀਟਲਿਸਟ ਫੋਰਸ ਦੇ ਨਾਲ ਜੁੜਨ ਦੀ ਜ਼ਰੂਰਤ ਹੈਗੀ ਹੈ। ਇਸ ਕਰਕੇ ਅਸੀਂ ਉਸ ਟੀਚੇ ਦੇ ਹਾਸਲ ਨਹੀਂ ਕਰ ਰਹੇ ਜੋ ਸਾਡੇ ਸ਼ਹੀਦਾਂ ਨੇ ਸੋਚਿਆ ਸੀ। ਮਤਲਬ ਪਹਿਲੇ ਦੇਖੋ ਨਾ, ਮੈਂ ਉਹਨਾਂ ਦੇ ਬਾਰੇ ਸੁਣ ਰਿਹਾ ਸੀ, ਪ੍ਰਤਾਪ ਸਿੰਘ ਹੰਸਪਾਲ ਹੋਣਾ ਬਾਰੇ ਵੀ, ਇਹਨਾਂ ਨੇ ਕਿਸ ਤਰ੍ਹਾਂ ਸ਼ੁਰੂ ਕੀਤੀ, ਇੰਜੀਨੀਅਰ ਬਣੇ ਤੇ ਦੇਸ਼ ਸੇਵਾ ਦਾ ਇੱਕ ਜਜ਼ਬਾ ਸੀਗਾ ਉਦੋਂ ਫਰੀडम ਫਾਈਟਰ, ਜਦ ਕਿ ਬੰਦਾ ਆਰਾਮ ਦੀ ਜ਼ਿੰਦਗੀ ਜਿੰਦਾ। ਹੁਣ ਸਾਡੇ ਲੀਡਰ ਫਿਰ ਸਾਨੂੰ ਉਧਰਲੇ ਪਾਸੇ ਧਕੇਲ ਰਹੇ। ਬਿਲਕੁਲ ਉਹੀ ਗੱਲ ਹੈਗੀ ਨਾ, ਮਤਲਬ ਕਿ ਜਿਹੜੀ ਇੱਕ ਕੰਟੀਨਿਊਟੀ ਮੈਂ ਗੱਲ ਸ਼ੁਰੂ ਇੱਥੇ ਸੁਣਾ ਰਿਹਾ ਸੀਗਾ ਕਿ ਮੈਂ 88 ਵਿੱਚ ਅੰਮ੍ਰਿਤਸਰ ਦੇ ਵਿੱਚ ਆਇਆ, ਤੇ ਇਹ 99-90 ਦੇ ਵਿੱਚ ਮੈਨੂੰ ਮੈਡੀਕਲ ਕਾਲਜ ਮਿਲਣ ਆਏ, ਤੇ ਸਾਈਕਲ ਤੇ ਸੀਗੇ, ਤੇ ਉਹਨਾਂ ਮੈਨੂੰ ਉਦੋਂ ਇਹ ਰਿਟਾਇਰ ਸੀਗੇ, ਪਰ ਮੈਨੂੰ ਪਤਾ ਲੱਗਿਆ ਵੀ ਇਹ ਚੀਫ ਇੰਜੀਨੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ ਹੈ। ਤੇ ਮੈਂ ਮਤਲਬ ਕਿ ਦੇਖਿਆ ਵੀ ਚੀਫ ਇੰਜੀਨੀਅਰ ਤੋਂ ਰਿਟਾਇਰ ਹੋਣ ਵਾਲਾ ਬੰਦਾ ਜਿਹੜਾ ਹੈਗਾ, ਪਰਿਵਾਰ ਦੇ ਪੱਖ ਤੋਂ ਵੀ ਜਦੋਂ ਮਤਲਬ ਕਿ ਇਹਨਾਂ ਦੇ ਬੇਟੇ ਡਾਕਟਰ ਹੈਗੇ, ਕਿੱਥੇ ਹੈ, ਅਮਰੀਕਾ ਦੇ ਵਿੱਚ ਹੈ, ਤੇ ਸਾਰੇ ਹਰ ਪੱਖ ਤੋਂ ਸੌਖੇ ਹੈਗੇ ਨੇ, ਫਿਰ ਵੀ ਉਹ ਇੱਕ ਸਾਈਕਲ ਦੇ ਉੱਤੇ ਆਏ ਹੈਗੇ ਮੈਨੂੰ ਮਿਲਣ ਦੇ ਵਾਸਤੇ। ਤੇ ਮੇਰੇ ਮਨ 'ਤੇ ਇਸ ਦਾ ਬੜਾ ਪ੍ਰਭਾਵ ਪਿਆ। ਪਰ ਗੱਲ ਉਹੀ ਹੈਗੀ ਹੈ ਕਿ ਅਸੀਂ ਹੌਲੀ ਹੌਲੀ ਜਿਹੜਾ ਹੈਗਾ ਮਤਲਬ ਕਿ ਇਹ ਜਿਹੜਾ ਸੁੱਖ ਸੁਵਿਧਾ ਹੈਗੀ ਹੈ ਉਹਨੂੰ ਆਪਣਾ ਬਣਾ ਲਿਆ। ਜਿਵੇਂ ਪ੍ਰਿੰਸੀਪਲ ਜਗਦੀਸ਼ ਸਿੰਘ ਉਹਨਾਂ ਨੇ ਕਿਹਾ ਕਿ ਵੀ ਅਸੀਂ ਹੁਣ ਮਤਲਬ ਕਿ ਇੱਕ ਜਿਹੜਾ ਪਰਿਵਾਰ ਹੈ ਅਸੀਂ ਇਹਨੂੰ ਬਿਜ਼ਨਸ ਬਣਾ ਲਿਆ, ਕਿਉਂਕਿ ਬਿਜ਼ਨਸ ਵਾਲੇ ਸਾਡੇ ਉੱਪਰ ਮਤਲਬ ਕਾਰਪੋਰੇਟ ਸੈਕਟਰ ਸਾਡੇ ਉੱਤੇ ਆ ਕੇ ਹਾਵੀ ਹੋ ਰਿਹਾ ਸੀਗਾ। ਉਹਨਾਂ ਨੇ ਮਤਲਬ ਕਿ ਇਹਨੂੰ ਇਸ ਤਰ੍ਹਾਂ ਬਣਾਤਾ, ਤੇ ਹੁਣ ਜਿਹੜਾ ਚੰਗਾ ਬੰਦਾ ਹੈ ਉਹ ਸੋਚ ਵੀ ਨਹੀਂ ਸਕਦਾ ਕਿ ਵੀ ਅਸੀਂ ਪੋਲੀਟਿਕਸ ਵਿੱਚ ਜਾਈਏ ਜਾਂ ਇਸ ਨੂੰ ਥੋੜ੍ਹਾ ਜਿਹਾ ਕਲੀਨ ਕਰਨ ਦੀ ਸੋਚੀਏ, ਕਿਉਂਕਿ ਇੱਕ ਗੱਲ ਪਾਸੇ ਕਿਹਾ ਜਾ ਰਿਹਾ ਹੈ, ਪ੍ਰਚਾਰਿਆ ਜਾ ਰਿਹਾ ਵੀ ਇਹ ਪੋਲੀਟਿਕਸ ਬੜੀ ਗੰਦੀ ਗੇਮ ਹੁੰਦੀ ਹੈ, ਇੱਕ ਚਿੱਕੜ ਹੈਗਾ, ਇਹਦੇ 'ਚ ਤੁਹਾਨੂੰ ਆਉਣ ਦੀ ਲੋੜ ਨਹੀਂ ਹੈ, ਤੁਸੀਂ ਆਪਣਾ ਵੱਖਰੇ ਰਹੋ। ਪਰ ਆਪ ਉਸ ਚਿੱਕੜ ਦੇ ਵਿੱਚ ਜੋ ਕਰ ਰਹੇ ਆਪਾਂ ਨੂੰ ਨਜ਼ਰ ਆ ਰਿਹਾ ਹੈਗਾ। ਮਤਲਬ ਬੜੀ ਚੰਗੀ ਗੱਲ ਕਹੀ ਹੈ ਵੀ ਆਪਣਾ ਪੂਰਾ ਪਰਿਵਾਰ ਉਸ ਪੋਲਿਟਿਕਸ ਲੈ ਜਾਂਦਾ, ਜਿਹਨੂੰ ਕਹੀਦਾ ਕਿ ਪੋਲਿਟਿਕਸ ਗੰਦੀ ਹੋ ਚੁੱਕੀ ਨੇ। ਸਾਡੇ ਨਾਲ ਹੋਰ ਵੀ ਲੋਕ ਨੇ। ਥੋੜਾ ਤੁਸੀਂ, ਮੇਰਾ ਫਿਰ ਉਹੀ ਸਵਾਲ ਹੈ ਜੀ ਕਿ ਕਿਆ ਜੋ ਅੱਜ ਤੋਂ ਪਹਿਲੇ ਸ਼ਹੀਦ ਹੋ ਗਏ, ਕਈਆਂ ਨੇ ਕੁਰਬਾਨੀਆਂ ਦਿੱਤੀਆਂ, ਤੇ ਉਹ ਅਸੀਂ ਪਹਿਲੇ ਕਿੱਥੇ ਖੜੇ ਸੀ 75 ਸਾਲ ਬਾਅਦ, ਅੱਜ ਕਿੱਥੇ ਖੜੇ ਹਾਂ? ਗੱਲ ਬੜੀ ਸਾਫ਼ ਹੈ ਕਿ 47 ਤੋਂ ਪਿੱਛੋਂ ਲਗਾਤਾਰ ਜਿੱਥੇ ਕਿਤੇ ਵੀ ਲੋਕ ਆਪਣੇ ਹਾਲਾਤਾਂ ਦੇ ਖਿਲਾਫ ਖੜ੍ਹਦੇ ਰਹੇ ਹੈ, ਲਗਾਤਾਰ ਉਹਨਾਂ 'ਤੇ ਹਾਲਾਤ ਦੇ ਮੁਤਾਬਕ ਜ਼ੁਲਮ ਹੁੰਦਾ ਰਿਹਾ। ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਚਾਹੂੰਗਾ ਕਿ ਸਭ ਤੋਂ ਪਹਿਲਾਂ ਜਿਹੜੀ ਕਿਸਾਨਾਂ ਦੀ ਸਟਰਗਲ ਜਿਹੜੀ ਵੱਡੀ ਹੋਈ ਹਿੰਦੁਸਤਾਨ ਦੇ ਵਿੱਚ, ਉਹ 48 'ਚ ਤੇਲੰਗਾਨਾ 'ਚ ਹੋਈ ਸੀਗੀ। ਅਤੇ ਤੇਲੰਗਾਨਾ ਦੇ ਵਿੱਚ ਉਸ ਵੇਲੇ ਫੌਜ ਦਾ ਇਸਤੇਮਾਲ ਕੀਤਾ ਗਿਆ ਸੀ। ਜਿੰਨੇ ਕਾਨੂੰਨਾਂ ਦੀ ਅਸੀਂ ਹੁਣ ਗੱਲ ਕਰ ਰਹੇ ਹਾਂ, UAPA ਵਗੈਰਾ, ਇਹ ਸਾਰੇ ਨਹਿਰੂ ਐਰਾ ਦੇ ਕਾਨੂੰਨ ਬਣਾਏ ਹੋਏ ਹੈ। ਇਸ ਕਰਕੇ ਇਹ ਇੱਕ ਪ੍ਰੋਸੈਸ ਬੜਾ ਸਲੋ ਚੱਲਿਆ, ਪਰ ਇਸ ਪ੍ਰੋਸੈਸ ਨੂੰ 91 'ਚ ਜ਼ਿਆਦਾ ਤੇਜ਼ ਹੋਇਆ ਜਦੋਂ ਨਵੀਆਂ ਪਾਲਿਸੀਜ਼ ਆਈਆਂ। ਅਤੇ ਜਿਵੇਂ ਤੁਹਾਡਾ ਇਹਨਾਂ ਦਾ ਆਪਣਾ ਸੰਕਟ ਇਸ ਸਟੇਟ ਦਾ ਅਤੇ ਇੱਥੋਂ ਦੇ ਰਾਜ ਕਰਨ ਵਾਲਿਆਂ ਦਾ ਵਧਿਆ,
ਉਸ ਤਰੀਕੇ ਦੇ ਨਾਲ ਇੱਥੇ ਜ਼ੁਲਮ ਦੀ ਕਰਨ ਦੀ ਜਿਹੜੀ ਰਫ਼ਤਾਰ ਹੈ ਉਹ ਵਧੀ ਹੈ, ਜਿਹੜੀ ਇਸ ਵੇਲੇ ਮੋਦੀ ਹਕੂਮਤ ਵੇਲੇ ਆਪਣੇ ਸਿਖਰ ਤੇ ਪਹੁੰਚੀ ਵੀ ਹੈ। ਜਦੋਂ ਮੋਦੀ ਹਕੂਮਤ ਸਿਰਫ ਹਕੂਮਤ ਕਰਨ ਦੇ ਵਾਸਤੇ ਲੋਕਾਂ ਨੂੰ ਆਪਸੀ ਲੜਾ ਕੇ ਤੇ ਉਹਦੇ ਵਿੱਚੋਂ ਕੁਛ ਨਾ ਕੁਛ ਇਹ ਪ੍ਰਾਪਤ ਕਰਨਾ ਚਾਹੁੰਦੇ। ਅਸੀਂ ਦੇਖਿਆ ਨਾ, ਦੇਖੋ ਹੁਣ ਇਲੈਕਸ਼ਨ ਨੇ, ਜਿਵੇਂ ਇੱਕ ਦੂਜੇ ਤੇ ਆਰੋਪ ਲਗਾਉਂਦੇ ਆ ਵੀ ਫਲਾਣੇ ਨੇ ਪਰਚੇ ਕਰਾਤੇ, ਦੂਜਾ ਨਸ਼ਾ ਵੇਚਦਾ, ਉਹ ਕਹਿੰਦਾ ਉਹ ਰੇਤ ਮਾਫੀਆ, ਉਹ ਕਹਿੰਦਾ ਉਹ ਸ਼ਰਾਬ ਵੇਚਦਾ, ਉਹ ਜ਼ਹਿਰੀਲੀ ਸ਼ਰਾਬ ਵੇਚਦਾ, ਇੱਕ ਦੂਜੇ ਤੇ ਆਰੋਪ ਪ੍ਰਤਿਆਰੋਪ ਲਗਾਉਂਦੇ ਆ। ਬਟ ਆਖਰਕਾਰ ਜਿਹੜਾ ਕਾਣ ਹੈ, ਜਿਹੜਾ ਨੁਕਸਾਨ ਹੈ, ਉਹ ਤਾਂ ਪੰਜਾਬ ਤੇ ਯੁਵਾ ਪੀੜ੍ਹੀ ਦਾ ਹੋ ਰਿਹਾ। ਦੇਖੋ ਨੁਕਸਾਨ ਤਾਂ ਸਭ ਲੋਕਾਂ ਦਾ ਹੀ ਹੋ ਰਿਹਾ ਹੈ। ਬਾਕੀ ਆ ਜਿਹੜਾ ਅਸੀਂ ਕਹਿੰਦੇ ਵੀ ਉਹ ਨਸ਼ੇ ਵੇਚਦਾ ਤਾਂ ਪਰਚੇ ਕਰਾਉਂਦਾ ਹੈ, ਇਹ ਬਹੁਤ ਅਸਲੀਅਤ ਹੈ ਕਿ ਲਗਭਗ ਸਾਰੇ ਜਿੰਨੇ ਬੰਦੇ ਰਾਜ ਕਰਨ ਵਾਲੇ ਕਿਸੇ ਪਾਰਟੀ 'ਚ ਬੈਠੇ ਹੋ ਸਕਦੇ ਆ, ਉਹ ਸਾਰੇ ਇਸ ਕੰਮ 'ਚ ਮੁਲਵਸ ਹੈ, ਸ਼ਾਮਲ ਆ। ਉਹ ਚਾਹੇ ਨਸ਼ਾ ਵੇਚਣ ਦਾ ਕੰਮ ਹੈ, ਚਾਹੇ ਹੋਰ ਇਲੀਗਲ ਕੰਮ ਜਿੰਨੇ ਚੱਲਦੇ ਆ। ਮਸਲਾ ਸਿਰਫ ਇਹ ਹੈ ਕਿ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਖਰਾਬ ਕਰਨਾ ਹੈ, ਕਿਵੇਂ ਲੁੱਟਣਾ ਹੈ, ਇਸ ਪਿੱਛੇ ਲੱਗੇ ਹੋਏ ਆ। ਇਹਨਾਂ ਦੇ ਮਨ 'ਚ ਕੋਈ ਲੋਕਾਂ ਦੇ ਭਲੇ ਦੀ ਗੱਲ ਨਹੀਂ। ਕੋਈ ਬੰਦਾ ਨੀਤੀਗਤ ਪੱਧਰ ਦੇ ਉੱਤੇ ਕੋਈ ਤਬਦੀਲੀ ਨਹੀਂ ਚਾਹੁੰਦਾ। ਜਿੰਨੀਆਂ ਪਾਰਟੀਆਂ ਲੜ ਰਹੀਆਂ ਸਾਰੀਆਂ ਬਸ ਸਿਰਫ ਆਪਣੇ ਐਵੇਂ ਵਾਅਦੇ ਵੂਦੇ ਜੇ ਕਰਕੇ ਵੋਟਾਂ ਬਟੋਰ ਕੇ 5 ਸਾਲ ਲਾਜ ਕਰਨ ਜਾਣਦੇ। ਉਦੋਂ ਮੁਫਤਖੋਰੀ ਕੀ ਸਮੱਸਿਆ ਦਾ ਹੱਲ ਹੈ? ਦੇਖੋ ਜਿਹੜੇ ਫ੍ਰੀ ਬੀਜ਼ ਦਾ ਮਾਮਲਾ ਨਾ, ਦੇਖੋ ਇੱਕ ਮੈਂ ਤਾਂ ਬੜੀ ਸਾਫ਼ ਗੱਲ ਦੱਸਦਾ ਹਾਂ। ਇਹ ਗੱਲ ਮੰਨ ਕੇ ਚੱਲੋ, ਇਹ ਬਿਲਕੁਲ ਠੀਕ ਹੈ ਕਿ ਰੁਜ਼ਗਾਰ ਮਿਲਣਾ ਚਾਹੀਦਾ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਤੁਸੀਂ ਰੁਜ਼ਗਾਰ ਦੇ ਮੌਕੇ ਪੈਦਾ ਕਰੋ, ਜਿਹੜਾ ਕਿ ਨੀਤੀਆਂ ਪੈਦਾ ਨਹੀਂ ਕਰ ਰਹੀਆਂ। ਪਰ ਇਹ ਵੀ ਸੱਚਾਈ ਵੱਡੀ ਹੈਗੀ ਹੈ ਕਿ ਜਿਹੜਾ ਤਬਕਾ ਦਬਿਆ ਹੋਇਆ ਹੈ ਉਸ ਨੂੰ ਸਬਸਿਡੀਜ਼ ਦੀ ਲੋੜ ਹੁੰਦੀ ਹੈ, ਚਾਹੇ ਉਹ ਕਿਸਾਨੀ ਹੈ, ਚਾਹੇ ਉਹ ਔਰਤਾਂ ਹੈਗੀਆਂ, ਚਾਹੇ ਹੋਰ ਹੈਗੀਆਂ। ਸਬਸਿਡੀਜ਼ ਮਨਫੀ ਨਹੀਂ ਕਰ ਸਕਦੇ ਹੁੰਦੇ। ਤਾਂ ਦੇਖੋ ਇਹਨਾਂ ਦਾ ਵੀ ਇਹੀ ਕਹਿਣਾ ਕਿ ਲੀਡਰਾਂ ਦਾ ਜੋ ਉਹਨਾਂ ਦਾ ਕੰਮ ਸੀਗਾ ਉਹ ਨਹੀਂ ਕਰ ਰਹੇ। ਦੇਖੋ ਤੁਸੀਂ ਗੱਲ ਕੀਤੀ ਪੂੰਜੀਵਾਦ ਦੀ। ਰੋਜ਼ ਗਏ ਵੇਖੋ, ਮੈਂ ਤਾਂ ਕਹਿੰਦਾ ਲਾਗੇ ਆ ਜਾਓ। ਇਹ ਪੂੰਜੀਵਾਦੀ ਸਾਰੀਆਂ ਬਿਮਾਰੀਆਂ ਦੀ ਜੜ ਤਾਂ ਵਾ ਵੀ ਮੋਦੀ ਦੀ ਗਵਰਨਮੈਂਟ ਸਾਰਾ ਕੁਝ ਬੈਂਕਾਂ, ਪ੍ਰਾਈਵੇਟ ਹਸਪੀਟਲ, ਸਕੂਲ, ਇੰਫਰਾਸਟ੍ਰਕਚਰ ਸਾਰਾ ਕੁਝ ਪ੍ਰਾਈਵੇਟ ਕੰਪਨੀਆਂ ਨੂੰ ਦੇਈ ਜਾ ਰਿਹਾ ਔਰ ਉਹ ਲੂਟ ਕਰ ਰਹੇ ਲੋਕਾਂ ਦੀ। ਉਹ ਲੁੱਟ ਥੋੜ੍ਹੀ ਬਾਲੀ ਨਹੀਂ, ਇਹਦੀ ਜੇ ਪਰਸੈਂਟੇਜ ਆ, ਜੇ 10 ਰੁਪਏ ਦਿੰਦੇ ਤਾਂ ਸਾਡੀ ਜੇਬ 'ਚੋਂ ਸਾਲੇ 90 ਨਾਲ ਕੱਢਦੇ ਆ। ਇਹ ਵੇਖੋ ਜਿਹੜਾ ਰਜਿੰਦਰ ਸੱਚਰ ਹੁੰਦਾ ਸੀ ਜੱਜ ਹਾਈ ਕੋਰਟ ਦਾ, ਉਹਨੇ ਕਹਿਣਾ ਵੀ ਸਾਰੀਆਂ ਬਿਮਾਰੀਆਂ ਦੀ ਜੜ ਹੀ ਪੂੰਜੀਵਾਦ ਆ। ਅਸੀਂ ਆ ਜਿਹੜਾ ਹੁਣ ਕਾਰਪੋਰੇਟ ਜਗਤ ਦੇ ਖਿਲਾਫ ਅੰਦੋਲਨ, ਮੈਂ ਕਿਸਾਨ ਲਹਿਰ 'ਚ ਕੰਮ ਕਰਦਾ, ਰਤਨ ਸਿੰਘ ਰੰਧਾਵਾ, ਅਸੀਂ ਜਿਹੜਾ ਦਿੱਲੀ ਅੰਦੋਲਨ ਲੜ ਕੇ ਆਏ ਆ, ਇਹ ਅਨਾਜ ਵੀ ਪੂੰਜੀਪਤੀਆਂ ਦੇ ਘੜਿਆਂ 'ਚ ਜਾ ਰਿਹਾ ਸੀ, ਜਿਹੜਾ ਅਸੀਂ ਬਚਾ ਲਿਆ। ਸਾਡੀ ਮੰਡੀ ਬਚੀ ਆ, ਸਾਡੀ MSP ਮਾੜੀ ਮੋਟੀ ਬਚੀ ਆ, ਲੇਕਿਨ ਇਹਨੂੰ ਗਾਂਹ ਮਜ਼ਬੂਤੀ ਨਾ, ਔਰ ਇਹ ਰਾਜ ਭਾਗ ਫਨੈਟਿਕ ਆ ਗਿਆ। ਅਸੀਂ ਇਹ ਕਹਿਣਾ ਚਾਹੁੰਦਾ, ਮੋਦੀ ਦਾ ਰਾਜ ਭਾਗ ਹੈ। ਜਿਹੜੀ ਪਾਰਟੀ ਨੇ ਕੈਦ ਨਹੀਂ ਕੱਟੀ, ਜਿਹੜੀ ਪਾਰਟੀ ਗਦਾਰੀ ਅੰਗਰੇਜ਼ਾਂ ਵੇਲੇ ਕਰਦੀ ਰਹੀ ਆ, ਉਹ ਰਾਜ ਭਾਗ ਤੇ ਕਾਬਜ਼ ਹੋ ਗਈ ਆ। ਔਰ ਉਹ ਫਨੈਟਾਸਿਜ਼ਮ ਹਿੰਦੂ ਰਾਜ ਠੋਸਣ ਲਈ ਲਗਾਤਾਰ ਤਰਲੋ ਮੱਚੀ। ਮੇਰਾ ਇਹ ਸਵਾਲ ਹੈ ਜੀ, ਕਿਆ ਜੋ ਸਾਡੇ ਸੁਪਨਾ ਲਏ ਸੀਗੇ ਸ਼ਹੀਦਾਂ ਨੇ, ਉਹ ਪੂਰਾ ਹੋਇਆ ਹੈ ਕਿ ਨਹੀਂ? ਨਹੀਂ ਬਿਲਕੁਲ ਮੈਂ ਨਹੀਂ। ਕਿਸੇ ਇੱਕ ਪਾਰਟੀ ਦੀ ਨਹੀਂ ਗੱਲ ਕਰ ਰਿਹਾ, ਮੈਂ ਕਿ ਮੋਦੀ ਦੀ ਨਹੀਂ ਗੱਲ ਕਰ ਰਿਹਾ, ਮੈਂ ਕਾਂਗਰਸ ਦੀ ਨਹੀਂ ਗੱਲ ਕਰ ਰਿਹਾ। ਬਿਲਕੁਲ ਇਹ ਸੁਪਨਾ ਹੀ ਅਧੂਰਾ ਵਾ। ਇਹ ਸੁਪਨੇ ਨੂੰ ਪੂਰਾ ਕਰਨ ਲਈ ਅੱਜ ਅਸੀਂ ਇਹਨਾਂ ਦਾ ਜਨਮ ਦਿਹਾੜਾ ਮਨਾਇਆ। ਅਸੀਂ ਗਾਂਹ ਵੀ ਇਕੱਠੇ ਹੋ ਕੇ ਰਾਹ 'ਤੇ ਤੁਰਾਂਗੇ। ਸਾਡੇ ਨਾਲ ਨੇ ਯੂਨੀਵਰਸਿਟੀ 'ਚ ਇਹਨਾਂ ਨੇ ਕਾਫੀ ਲੰਬਾ ਅਰਸਾ ਪੜ੍ਹਾਇਆ ਨੇ, ਇਹ ਵੀ ਇੱਥੇ ਅੱਜ ਆਏ ਨੇ। ਡਾਕਟਰ ਇਕਬਾਲ ਕੌਰ ਨੇ। ਡਾਕਟਰ ਸਾਹਿਬ, ਇਹ ਦੱਸਣਾ ਵੀ ਜਿਵੇਂ ਅੱਜ ਤੁਸੀਂ ਇੰਜੀਨੀਅਰ ਪ੍ਰਤਾਪ ਹੰਸਪਾਲ ਦੇ 100ਵੇਂ ਜਨਮ ਦਿਹਾੜੇ 'ਤੇ ਇੱਥੇ ਪਹੁੰਚੇ ਹੋ, ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣ ਪਾਇਆ ਕਿ ਨਹੀਂ ਬਣ ਪਾਇਆ? ਬਿਲਕੁਲ ਨਹੀਂ ਜੀ। ਸਾਡੇ ਕੋਲ 2 ਪਰੰਪਰਾਵਾਂ ਵਾਂ, ਐਡੇ ਵੱਡੇ ਸਾਡੀਆਂ ਬੈਕਗਰਾਊਂਡ ਸਨ। ਮੈਂ ਉਹ ਵੀ ਦੱਸਣਾ ਚਾਹਾਂਗੀ। ਉਹ ਆ ਗੁਰ ਇਤਿਹਾਸ, ਭਗਤਾਂ ਦਾ ਇਤਿਹਾਸ ਸਾਡਾ ਜਿਹੜਾ ਉਹ ਸੀ ਨੰਬਰ 1। ਜਿੰਨੀਆਂ ਉਹਨਾਂ ਨੇ ਸਿੱਖਿਆਵਾਂ ਸਮਾਨਤਾ ਦੀਆਂ ਦਿੱਤੀਆਂ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਹਰ ਜਾਤ ਪਾਤ 'ਚ ਕੋਈ ਭੇਦ ਨਹੀਂ ਰੱਖਿਆ। ਖਾਸ ਕਰਕੇ ਮਾਇਆ ਨੂੰ ਤੇ ਬਿਲਕੁਲ ਹੀ ਉਹਨਾਂ ਨੇ ਨਾਗਣੀ ਕਿਹਾ ਕਿ ਇਹ ਅਸੀਂ ਇਹਨੂੰ ਵਰਤਦੇ ਹਾਂ, ਲੇਕਿਨ ਇਹ ਸਾਨੂੰ ਖਾਂਦੀ ਜਾਂਦੀ ਆ। ਉਹ ਦੂਸਰੀ ਆ ਆਜ਼ਾਦੀ ਸੰਗਰਾਮੀਆਂ ਦਾ। ਮੇਰੇ ਪਿਤਾ ਜੀ ਸ਼ਹੀਦ ਗੈਲ ਸਿੰਘ ਛੱਜਲਵੱਡੀ, ਜਿਹੜੇ ਕਿ ਕੁਰਬਾਨੀ ਬੜੀ ਉਹਨਾਂ ਦਿੱਤੀ, ਦੇਸ਼ ਭਗਤ ਸਨ। ਮੈਨੂੰ ਤਾਂ ਲੱਗਦਾ ਕਿ ਜਿਹੜੇ ਸੱਚੇ ਸੇਵਕ ਆ ਉਹ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ। ਔਰ ਅੱਜ ਅਸੀਂ ਸਾਰੇ ਹੀ ਰਾਜਨੀਤਿਕ ਨੇਤਾ ਬਣਨਾ ਚਾਹੁੰਦੇ ਹਾਂ। ਦੂਸਰੀ ਗੱਲ ਕਿ ਅਸੀਂ ਉਹ ਕਿਉਂ ਬਣਦੇ ਹਾਂ? ਮਾਇਆ ਪ੍ਰਾਪਤੀ ਲਈ। ਸਿੱਖਿਆ ਸਾਨੂੰ ਗ੍ਰੰਥਾਂ ਵਿੱਚ, ਕੁਰਾਨ ਦੇ ਵਿੱਚ
ਔਰ ਜਿੰਨੇ ਸਾਡੇ ਹਿੰਦੂ ਗ੍ਰੰਥ ਹੋਏ ਆ, ਮਾਇਆ ਦਾ ਤਿਆਗ ਆ, ਅਸੀਂ ਮਾਇਆ ਨੂੰ ਲਿਪਟ ਰਹੇ ਹਾਂ, ਮਾਇਆ ਨਾਗਨੀ ਆ। ਸੋ ਇਸ ਵਕਤ ਜੋ ਦੇਸ਼ ਦੀ ਹਾਲਤ ਆ, ਬਿਲਕੁਲ ਹੀ ਜੋ ਸਾਡੇ ਦੇਸ਼ ਭਗਤਾਂ ਨੇ, ਆਜ਼ਾਦੀ ਘੁਲਾਟੀਆਂ ਨੇ, ਭਗਤ ਸਿੰਘ ਨੇ, ਸਾਰੀ ਬੈਕਗਰਾਉਂਡ ਆ ਜੋ ਉਹਨਾਂ ਨੇ ਚਾਹਿਆ ਸੀ ਸੰਦੇਸ਼, ਬਿਲਕੁਲ ਵੀ ਅਸੀਂ ਨੇੜੇ ਨਹੀਂ, ਸਗੋਂ ਗਿਰਾਵਟ ਵੱਲ ਚਲੇ ਗਏ। ਤੁਹਾਨੂੰ ਕੀ ਲੱਗਦਾ ਵੀ ਦੇਖੋ ਨਾ ਜੀ, ਇੱਕ ਤਾਂ ਪੈਸੇ ਪਿੱਛੇ ਦੌੜ ਲੱਗੀ ਹੈ, ਇੱਕ ਸੱਤਾ ਪਾਵਰ ਬਹੁਤ ਹੈ। ਜਦੋਂ ਪੋਲੀਟੀਸ਼ਨ ਸਮਝਦਾ ਵੀ ਉਹਦੀ ਭੁੱਖ ਜਿਹੜੀ ਹੈ, ਉਹਦੀ ਲਾਲਸਾ ਜਿਹੜੀ ਹੈ, ਉਹ ਇਹਦੇ ਵਿੱਚ ਇੱਕ ਕਹਿੰਦੇ ਆ ਵੀ ਰਾਜਨੀਤੀ ਗੰਦਲੀ ਹੋ ਰਹੀ, ਬਹੁਤ ਸਾਰੇ ਲੋਕ ਕਹਿੰਦੇ ਆ, ਪਰ ਆਪਣੇ ਪਰਿਵਾਰਾਂ ਨੂੰ ਟਿਕਟਾਂ ਦਿਵਾਉਣਾ ਚਾਹੁੰਦੇ, ਸਾਰੇ ਕਹਿੰਦੇ ਵੀ ਸਾਡਾ ਪਰਿਵਾਰ ਦਾ ਬੰਦਾ, ਕੋਈ ਕਹਿੰਦਾ MLA ਬਣ ਜੇ, ਕੋਈ ਕਹਿੰਦਾ MP ਬਣ ਜੇ। ਹਾਂ, ਉਹ ਮੈਂ ਜ਼ਰੂਰ ਦੱਸਣਾ ਚਾਹਾਂਗੀ। ਮਾਇਆ ਦਾ ਲੱਭ ਦੇ ਨਾਲ ਅਸੀਂ ਆਪਣੇ ਆਪ ਦੀ ਜਿਹੜੀ ਰੈਕੋਗਨੀਸ਼ਨ ਸਮਾਜ 'ਚ ਚਾਹੁੰਦੇ ਹਾਂ, ਤਾਕਤ ਚਾਹੁੰਦੇ ਹਾਂ, ਸ਼ਕਤੀ ਚਾਹੁੰਦੇ ਹਾਂ। ਅਸੀਂ ਕਾਬਲ ਨਹੀਂ, ਪਰ ਅਸੀਂ ਆਪਣੇ ਆਪ ਨੂੰ ਵਡਿਆਉਣਾ ਚਾਹੁੰਦੇ ਹਾਂ ਕਿ ਅਸੀਂ ਸਤਾ ਦੇ ਉੱਪਰ ਪ੍ਰਾਪਤ ਕਰਕੇ ਆਪਣੀ ਹੋਂਦ ਨੂੰ, ਗੁਰਬਾਣੀ ਕਹਿ ਰਹੀ ਆ, ਹਿੰਦੂ ਗ੍ਰੰਥ ਕਹਿ ਰਿਹਾ ਕਿ ਨੀਵੇਂ ਹੋ ਕੇ ਚਲੋ, ਤਿਆਗ ਕਰੋ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਬਿਨਾਂ ਕਾਰਨੀ, ਐਜੂਕੇਸ਼ਨ ਹੈ, ਸੇਵਾ ਭਾਵ ਹੈ, ਕੋਈ ਬੈਕਗਰਾਉਂਡ ਸੇਵਾ ਦੀ ਹੈ ਨਹੀਂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਤਾਕਤ ਹਥਿਆ ਲੈਣੀ ਆ, ਫਿਰ ਆਪਣੀ ਮਰਜ਼ੀ ਨਾਲ ਇਸ ਨੂੰ ਵਰਤਣਾ ਹੈ। ਸੋ ਭਾਰਤ ਸੁਪਨਿਆਂ ਦਾ ਕਿਵੇਂ ਹੋ ਸਕਦਾ ਜਦੋਂ ਅਸੀਂ ਉਹ ਜਿਹੜੀਆਂ ਵੈਲਿਊਜ਼ ਸਨ, ਨੈਤਿਕ ਵੈਲਿਊਜ਼, ਉਹਨੂੰ ਭੁੱਲ ਗਏ ਹਾਂ। ਇੱਕ ਜ਼ਿਕਰ ਕਰਨਾ ਚਾਹਾਂਗੀ, ਜਿਹੜੇ ਪਹਿਲੋਂ ਸਾਡੇ ਦੇਸ਼ ਭਗਤ ਸਨ, ਸੁਤੰਤਰਤਾ ਸੰਗਰਾਮੀ ਸਨ, ਉਹ ਤਾਂ ਰਾਜਨੀਤੀ ਨੂੰ ਇਸ ਤਰ੍ਹਾਂ ਲੈਂਦੇ ਹੀ ਨਹੀਂ ਸੀ, ਉਹ ਤਾਂ ਸੇਵਾ ਭਾਵਨਾ ਸਮਝਦੇ ਸੀ। ਕੋਈ ਜ਼ਰੂਰੀ ਨਹੀਂ ਇਲੈਕਸ਼ਨਾਂ 'ਚ ਖੜੇ ਹੋ, ਕੋਈ ਜ਼ਰੂਰੀ ਨਹੀਂ, ਉਹਨਾਂ ਨੂੰ ਤਾਂ ਕੁਰਬਾਨੀ ਸੀ, ਮਨੁੱਖਾਂ ਲਈ ਕੰਮ ਕਰਨਾ, ਦੇਸ਼ ਲਈ ਕੰਮ ਕਰਨਾ। ਮੇਰੇ ਬਾਪ ਰਹੇ ਆ, ਸਾਰੀ ਉਮਰ ਉਹਨਾਂ ਨੇ ਜੇਲਾਂ ਕੱਟੀਆਂ, ਬਹੁਤ ਸਾਰੀਆਂ ਜੇਲਾਂ, ਸਾਰੀਆਂ ਪਾਰਟੀਆਂ 'ਚ ਰਹੇ ਆ। ਪਹਿਲਾਂ ਉਹ ਅਕਾਲੀ ਰਹੇ ਆ, ਫਿਰ ਕਾਂਗਰਸੀ ਰਹੇ ਆ, ਆਜ਼ਾਦੀ ਦੀ ਲਹਿਰ ਚੱਲ ਪਈ, ਬਿਗਲ ਵੱਜ, ਫਿਰ ਉਹ ਕਮਿਊਨਿਸਟ ਹੋਏ ਆ। ਪਰ ਉਹਨਾਂ ਕਦੀ ਵੀ ਨਹੀਂ ਸੋਚਿਆ ਕਿ ਮੈਂ ਖੜੇ ਹੋਣਾ, ਸਿਰਫ ਕੁਰਬਾਨੀ ਤੇ ਸੇਵਾ ਸੀ। ਦੇਖੋ ਹੁਣ ਜਿੱਧਰ ਸਾਡੀ ਰਾਜਨੀਤੀ ਸਾਨੂੰ ਲੈ ਗਈ ਹੈ, ਕਹਿੰਦੇ ਐਜੂਕੇਸ਼ਨ ਨਹੀਂ ਹੈ, ਹੈਲਥ ਨਹੀਂ ਹੈ, ਰੋਜ਼ਗਾਰ ਨਹੀਂ ਹੈ, ਧਰਤੀ ਜ਼ਹਿਰੀਲੀ ਹੋਈ ਜਾਂਦੀ ਹੈ। ਮਤਲਬ ਇਹਨਾਂ ਚੀਜ਼ਾਂ ਵੱਲ ਸਾਡੇ ਲੀਡਰਾਂ ਦਾ ਕੋਈ ਧਿਆਨ ਹੀ ਨਹੀਂ ਹੈ। ਮੈਂ ਇੱਕ ਗੱਲ ਦੱਸਾਂਗੀ, ਅਸੀਂ ਰੋਜ਼ ਹਵਾ, ਪਾਣੀ ਗੰਦਾ ਹੋ ਰਿਹਾ, ਸਾਫ਼ ਨਹੀਂ ਸਭ ਕੁਛ ਹੈ, ਲੇਕਿਨ ਜ਼ਰੂਰੀ ਗੱਲਾਂ ਇਹਦੀ ਜੜ ਦੇ ਥੱਲੇ ਆ ਸਾਡਾ ਐਜੂਕੇਸ਼ਨ ਸਿਸਟਮ, ਅਸੀਂ ਉਹ ਦੇਣਾ ਨਹੀਂ ਚਾਹੁੰਦੇ। ਦੂਸਰਾ ਹੈਲਥ ਸਿਸਟਮ, ਅਸੀਂ ਓਨੈਸਟੀ ਨਹੀਂ ਹੈਗੇ, ਕਿਉਂਕਿ ਸਾਰਾ ਕੁਝ ਜਿਹੜਾ ਹੈ ਉਹ ਆਲੇ ਦੁਆਲੇ ਦੀ ਸਿੱਖਿਆ ਐਸੀ ਆ ਵੀ ਨਾ ਅਸੀਂ ਹੈਲਥ ਦੀ ਗੱਲ ਕਰਨਾ ਚਾਹੁੰਦੇ। ਅੱਜ ਵੀ ਜਿਹੜੇ ਨੇਤਾ ਖੜੇ ਆ, ਬਾਕੀ ਗੱਲਾਂ ਤਾਂ ਕਰੀ ਜਾਣਗੇ, ਅਸੀਂ ਗਲੀਆਂ ਬਣਾ ਦਿਆਂਗੇ, ਲੇਕਿਨ ਸਾਫ ਸਫਾਈ, ਪਾਣੀ, ਧਰਤੀ, ਆਪਣੀਆਂ ਭਾਸ਼ਾਵਾਂ ਨੂੰ, ਮਾਤ ਭਾਸ਼ਾਵਾਂ ਨੂੰ ਸਾਂਭਣਾ, ਭਾਈਚਾਰਕ ਏਕਤਾ, ਅਸੀਂ ਕੁਝ ਵੀ ਇਹ ਨਹੀਂ ਕਰਨਾ ਚਾਹੁੰਦੇ ਸਤਾ ਹਥਿਆਏ ਔਰ ਅਸੀਂ ਉਹਦੇ ਤੋਂ ਪੈਸੇ ਦੀ ਕਮਾਈ, ਸਾਡਾ ਸਾਰਾ ਧਿਆਨ ਮਾਇਆ ਵੱਲ, ਅਸੀਂ ਮਾਇਆਮਤੀ ਹੋ ਗਏ ਹਾਂ, ਅਸੀਂ ਕੰਮਾਂ ਵੱਲ ਬਿਲਕੁਲ ਨਹੀਂ ਚਾਹੁੰਦੇ, ਸੇਵਾਮਤੀ ਨਹੀਂ ਰਹੇ। ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਦੇਖੋ ਇਹ ਸਿੱਖਿਆਵਾਦੀ ਲੋਕ ਨੇ ਜਿਨ੍ਹਾਂ ਨੇ ਬਹੁਤ ਉਮਰ ਹੰਡਾਈ ਹੈ, ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਫਰੀडम ਫਾਈਟ, ਆਜ਼ਾਦੀ ਦੇ ਸੰਗਰਾਮ 'ਚ ਹਿੱਸਾ ਵੀ ਲਿਆ। ਉਹਨਾਂ ਦੀ ਸੋਚ ਕੀ ਹੋ ਗਈ ਕਿ ਉਦੋਂ ਜਦੋਂ ਇਹ ਲੋਕ ਆਉਂਦੇ ਸੀਗੇ ਰਾਜਨੀਤੀ 'ਚ, ਇਹਨਾਂ ਦਾ ਇੱਕੋ ਹੀ ਮਕਸਦ ਸੀਗਾ ਕਿ ਅਸੀਂ ਦੇਸ਼ ਦਾ ਸੁਧਾਰ ਕਿੱਦਾਂ ਕਰਨਾ। ਪਰ ਅੱਜ ਲੀਡਰ ਸਿਰਫ ਮਾਇਆ, ਸੱਤਾ, ਪਾਵਰ ਦੇ ਪਿੱਛੇ ਦੌੜ ਰਹੇ ਨੇ। ਆਖਿਰ ਕਿਉਂ? ਇਹਨਾਂ ਦੇ ਪਰਿਵਾਰ ਹੀ ਅੱਗੇ ਕਿਉਂ ਆ ਰਹੇ ਨੇ ਜੇ ਰਾਜਨੀਤੀ ਇੰਨੀ ਗੰਦੀ ਹੋ ਗਈ? ਤੇ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰਤਾਪ ਸਿੰਘ ਹੰਸਪਾਲ ਦੇ ਬੇਟੇ ਡਾਕਟਰ ਨਵਪ੍ਰੀਤ ਸਿੰਘ ਹੰਸਪਾਲ ਨਾਲ, ਉਹਨਾਂ ਦਾ ਕੀ ਕਹਿਣਾ। ਸਾਲਾਂ ਨੇ ਡਾਕਟਰ ਨਵਪ੍ਰੀਤ, ਡਾਕਟਰ ਸਾਹਿਬ ਅੱਜ ਤੁਹਾਡੇ ਪਿਤਾ ਜੀ ਦਾ 100ਵਾਂ ਜਨਮ ਦਿਨ ਮਨਾਇਆ ਜਾ ਰਿਹਾ, ਉਹਨਾਂ ਨੂੰ ਯਾਦ, ਉਹਨਾਂ ਨੇ ਸੁਤੰਤਰਤਾ ਸੈਨਾਨੀ ਰਹੇ ਨੇ, ਇੰਜੀਨੀਅਰ ਸੀਗੇ, ਤੇ ਕੀ ਕਹਿਣਾ ਤੁਹਾਡਾ? ਮੈਂ ਇੰਨੇ ਕੁ ਮੇਰੇ ਕੋਲ ਵਰਡਸ ਹੈਗੇ ਜਿਹੜੇ ਮੇਰੇ ਕੋਲ ਡਿਸਕ੍ਰਾਈਬ ਨਹੀਂ ਹੋਣੇ, ਕਿਉਂਕਿ ਜਿਹੜੀ ਉਹਨਾਂ ਦੀ ਸ਼ਖਸੀਅਤ ਸੀਗੀ, ਉਹਨਾਂ ਦੀ ਇੱਕੋ ਗੱਲ ਮੈਂ ਤੁਹਾਨੂੰ ਬਹੁਤ ਜਿਹੜੀ ਮੈਨੂੰ ਲੱਗਦੀ ਹੈ ਅੱਛੀ, ਕਿ ਉਹ ਇੱਕ ਤਾਂ ਪਿਓਰ ਪੈਟਰੀਓਟਿਕ ਸੁਤੰਤਰਤਾ ਸੰਗਰਾਮੀ ਤਾਂ ਸੀਗੇ ਔਰ ਆਪਣੀ ਉਮਰ ਦੇ ਵਿੱਚ 200% ਵੀ ਕਹਿ ਲਓ ਨਾ, ਇਮਾਨਦਾਰ ਜਾਂ ਕਰਪਸ਼ਨ ਤੋਂ ਬਗੈਰ। ਉਹਦੀ ਇੱਕ ਛੋਟੀ ਜਿਹੀ ਇੰਸੀਡੈਂਟ ਸੀਗੀ ਜਦੋਂ ਇੱਥੇ ਸਾਡੀ ਟ੍ਰਾਂਸਫਰ ਹੋਈ ਉਹਨਾਂ ਦੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਐਜ਼ ਏ PA2 ਡਾਇਰੈਕਟਰ, ਵਿਚ ਇਜ਼ ਇਕੁਇਵਲੈਂਟ ਟੂ ਐਕਸੀਅਨ, ਅਤੇ ਉਹਨਾਂ ਦੀ ਟੇਬਲ 'ਤੇ ਲਿਆ ਕੇ ਉਹਨਾਂ ਦੇ ਸਬੋਰਡੀਨੇਟਸ ਨੇ ਇੱਕ ਪੈਕੇਟ ਰੱਖਤਾ, ਜੀ ਇਹ ਤੁਹਾਡਾ ਹਿੱਸਾ। ਅਤੇ ਮੇਰੇ ਫਾਦਰ ਨੂੰ ਇੰਨਾ ਕੁ ਵੱਟ ਚੜਿਆ ਕਿ ਇੰਨੇ ਕੁ ਦੁਖੀ ਹੋਏ
ਤੇ ਉਹ ਕਹਿੰਦੇ ਦੇਖੋ ਮੈਂ ਤੁਹਾਡਾ ਸਿਸਟਮ ਮੈਂ ਨਹੀਂ ਠੀਕ ਕਰ ਸਕਦਾ, ਤੁਸੀਂ ਬਹੁਤ ਵੱਡੀ ਤਾਕਤ ਹੋ ਜਾਂ ਜੋ ਵੀ ਹੋ, ਪਰ ਮੈਨੂੰ ਤੁਹਾਡੇ ਵਿੱਚ ਰਲਣ ਦਾ ਇਹੋ ਜਿਹਾ ਘਟੀਆ ਮੌਕਾ ਨਹੀਂ ਦੇਣਾ। ਤੇ ਤੁਸੀਂ ਹੁਣ ਇਹਨੂੰ ਚੁੱਕ ਲਓ ਤੇ ਮੇਰੇ ਸਾਹਮਣੇ ਦੁਬਾਰਾ ਤੋਂ ਪੇਸ਼ ਹੋਏ ਤੇ ਮੈਂ ਸਿੱਧੇ ਸਸਪੈਂਸ਼ਨ ਦੇ ਤੁਹਾਡੇ ਵਾਰੰਟ ਕਰ ਦੇਣੇ। ਇੱਕ ਡਾਕਟਰ ਸਾਹਿਬ ਇਹ ਸਵਾਲ ਹੈ ਵੀ ਸਮਾਜ 'ਚ ਕਿਹੜੀਆਂ ਬੁਰਾਈਆਂ ਨੇ ਜਿਹੜੀਆਂ ਸਾਡੇ ਲੀਡਰਾਂ ਨੂੰ ਦੂਰ ਕਰਨੀਆਂ ਚਾਹੀਦੀਆਂ? ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਿਹਾ। ਇਹ ਸਵਾਲ ਤੇ ਜੁਗਾਂਤਰਾਂ ਤੋਂ ਆ ਰਿਹਾ ਹੈ ਫॉर ਇੰਡੀਆ ਸਪੈਸ਼ਲੀ, ਕਿ ਜਿਹੜਾ ਸਭ ਤੋਂ ਇੰਪੋਰਟੈਂਟ ਇਹਦਾ ਦੀ ਸੁਧਾਰ ਕਰਨਾ ਚਾਹੀਦਾ ਹੈ ਉਹ ਹੈ ਕਰਪਸ਼ਨ ਰੋਕਣੀ। ਹਰ ਬੰਦਾ ਇੰਡੀਆ ਦੇ ਵਿੱਚ ਇਸ ਵੇਲੇ ਇੰਨਾ ਕੁ ਕਰਪਟ ਹੋ ਚੁੱਕਾ ਹੈ ਕਿ ਜੇ ਉਹਨੇ ਕੋਈ ਕੰਮ ਕਰਾਉਣਾ ਹੈ ਨਾ ਤਾਂ ਉਹ ਪਹਿਲਾਂ ਇਹੀ ਹਿਸਾਬ ਲਾ ਲੈਂਦਾ ਵੀ ਯਾਰ ਇਹਦੇ ਪੈਸੇ ਕਿੰਨੇ ਕੁ ਲੱਗਣੇ ਆ, ਉਹਨੇ ਪੁੱਛ ਲੈਂਦਾ ਯਾਰ ਤੂੰ ਇੰਨਾ ਦੇਂਗਾ ਤੇ ਮੈਂ, ਮਤਲਬ ਇੰਨੀ ਕੁ ਗਿਰਾਵਟ ਆ ਚੁੱਕੀ ਹੈ। ਕਰਪਸ਼ਨ ਜਿਹੜਾ ਬਰੀਡ ਜਿਹੜੀ ਹੈ ਉਹ ਸ਼ੁਰੂ ਕਿੱਥੋਂ ਹੁੰਦੀ ਹੈ, ਉਹਦੇ ਨਾਲ ਕਿੰਨੇ ਰਿਲੇਟਡ ਕ੍ਰਾਈਮਸ ਹੁੰਦੇ ਆ, ਕਿੰਨੇ ਤੁਸੀਂ ਸਿੰਪਲ ਇੰਡੀਆ 'ਚ ਦੇਖ ਲਓ, ਕੋਈ ਤੁਸੀਂ ਪਲਾਟ ਲੈਣਾ ਤੇ ਉਹਦੇ ਵਿੱਚ ਹਮੇਸ਼ਾ 2 ਨੰਬਰ ਦਾ ਪੈਸਾ ਤੇ 1 ਨੰਬਰ ਦਾ ਪੈਸਾ, ਔਰ ਇੰਨਾ ਡਿਫਰੈਂਸ ਹੈ 10% ਤੁਹਾਡਾ ਹੋਊਗਾ ਵਾਈਟ ਦਾ ਤੇ 90% ਤੁਹਾਡਾ 2 ਨੰਬਰ ਦਾ ਪੈਸਾ। ਉਹ ਕਿੱਥੋਂ ਆਉਂਦਾ, ਕੌਣ ਬਣਾਉਂਦਾ, ਕਿਉਂ ਬਣਾਉਂਦਾ? ਇਹ ਚੀਜ਼ਾਂ ਦੂਰ ਕਰ ਸਕਦੇ ਆ ਪੋਲੀਟੀਸ਼ੀਅਨਸ ਜਿਹੜੇ ਆਪ ਹੀ ਇੰਨੇ ਕਰਪਟ ਨੇ। ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ, ਜੇ ਮੈਂ ਤੁਹਾਨੂੰ 3 ਗੱਲਾਂ ਦੇ ਵਿੱਚ ਦੱਸਾਂ ਕਿ ਕਿਸੇ ਵੀ ਨੇਸ਼ਨ ਨੂੰ ਬਿਲਡ ਕਰਨ ਵਾਸਤੇ ਯੂ ਨੀਡ 3 ਥਿੰਗਸ। 1 ਇਜ਼ ਪਾਲਿਸੀ ਮੇਕਿੰਗ, 2nd ਇਜ਼ ਪਾਲਿਸੀ ਇੰਪਲੀਮੈਂਟੇਸ਼ਨ ਐਂਡ 3rd ਇਜ਼ ਜੁਡੀਸ਼ਰੀ। ਜਿਹੜਾ ਪਾਲਿਸੀ ਇੰਪਲੀਮੈਂਟ ਠੀਕ ਨਹੀਂ ਕਰਦਾ ਉਹਨੂੰ ਪਨਿਸ਼ ਕਰੋ। ਸਾਡਾ ਸ਼ੁਰੂ ਹੀ ਪਹਿਲੀ ਪਾਲਿਸੀ ਤੋਂ ਖਰਾਬ ਹੋ ਜਾਂਦਾ ਕਿਉਂਕਿ ਪਾਲਿਸੀ ਮੇਕਰ ਹੀ ਸਾਡੇ ਲੀਡਰ ਨੇ ਸਾਰੇ, ਜਿਹੜੇ ਬੇਸਿਕਲੀ ਕੁਆਲੀਫਾਈਡ ਹੋਣੇ ਚਾਹੀਦੇ, ਐਟਲੀਸਟ ਪੋਲੀਟੀਕਲ ਸਾਇੰਸ ਦੀ ਉਹਨਾਂ ਕੋਲ ਡਿਗਰੀ ਹੋਣੀ ਚਾਹੀਦੀ ਹੈ ਜਿਹੜਾ ਲੀਡਰ ਪੋਲੀਟਿਕਸ ਦੇ ਵਿੱਚ ਆਉਂਦਾ। ਹੀ ਸ਼ੁੱਡ ਨੋ ਦ ਹਿਸਟਰੀ ਆਫ ਪੋਲੀਟਿਕਸ, ਹੀ ਸ਼ੁੱਡ ਨੋ। ਉਹਨਾਂ ਕਈਆਂ ਨੂੰ ਤਾਂ ਪੁੱਛੋ ਤਾਂ MLA ਦਾ ਫੁੱਲ ਫਾਰਮ ਨਹੀਂ ਆਉਂਦੀ ਉਹਨਾਂ ਨੂੰ, ਕੋਈ ਮੈਂਬਰ ਲੈਜਿਸਲੇਟਿਵ ਅਸੈਂਬਲੀ ਹੈ, MP ਦਾ ਵੀ ਨਹੀਂ ਉਹਨਾਂ ਨੂੰ ਕੋਈ ਵਾਰੀ ਪਤਾ, ਕਿਸੇ ਨੂੰ ਪੁੱਛ ਲਓ। ਸੋ ਪਹਿਲੀ ਤੋਂ ਹੀ ਖਰਾਬ ਹੋ ਗਿਆ। ਦੂਜੇ ਤੋਂ ਇੰਪਲੀਮੈਂਟੇਸ਼ਨ ਜਿਹੜੀ ਕਰਨੀ ਹੈ ਸਭ ਤੋਂ ਵੱਡੀ ਕਰਪਸ਼ਨ ਉੱਤੇ। ਐਂਡ 3rd ਜੁਡੀਸ਼ਰੀ, ਤੁਹਾਨੂੰ ਪਤਾ ਸਾਡਾ ਵਿਦ ਡਿਊ ਰਿਸਪੈਕਟ ਟੂ ਆਲ ਦੀ ਜੁਡੀਸ਼ਰੀ ਜੱਜਿਸ, ਬੜਾ ਪੂਰਾ ਸਤਿਕਾਰ ਹੈ, ਬਟ ਇਹ ਸਾਰਾ ਇਫੈਕਟ ਹੋ ਕੇ ਉਹ ਤੇ ਚੀਫ ਜਸਟਿਸ ਨੇ ਵੀ ਕਿਹਾ ਸੀ ਵੀ ਜੁਡੀਸ਼ਰੀ ਵੀ ਸਮਾਜ ਦਾ ਵੀ ਹਿੱਸਾ ਨਾ, ਕੋਈ ਕਰਪਸ਼ਨ ਮਾਨ ਸੇ ਨਹੀਂ ਟਪਕੇ ਉਹ। ਸੋ ਦਿਸ ਇਜ਼ ਮਾਈ। ਇਹ ਸਨ ਡਾਕਟਰ ਨਵਪ੍ਰੀਤ ਸਿੰਘ, ਇਹਨਾਂ ਦੇ ਪਿਤਾ ਜੀ ਦੇ ਅੱਜ ਇਹਨਾਂ ਦਾ ਮਨਾਇਆ ਜਾ ਰਿਹਾ ਜਨਮ ਦਿਨ। 100ਵਾਂ ਫਰੀडम ਫਾਈਟਰ ਸੀਗੇ। ਅਸੀਂ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਉਹਨਾਂ ਨਾਲ ਗੱਲ ਕੀਤੀ ਹੈ। ਸਾਡਾ ਮੁਲਕ ਹਜੇ ਵੀ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਪਾਇਆ। ਆਖਿਰ ਕਮੀ ਕਿੱਥੇ ਹੈ, ਸਾਰਿਆਂ ਨੂੰ ਸੋਚਣਾ ਹੋਏਗਾ। ਜੇ ਇਹ ਰਾਜਨੀਤੀ ਸੇਵਾ ਦਾ ਮਾਧਿਅਮ ਹੈ ਤੇ ਫਿਰ ਇਹ 6 ਗਨਮੈਨ, 6 ਗੱਡੀਆਂ, तमाम ਸੁੱਖ ਸੁਵਿਧਾਵਾਂ ਲੈ ਕੇ ਕਿਉਂ ਘੁੰਮ ਰਹੇ ਹੈ? ਇਹਨਾਂ ਨੂੰ ਛੱਡ ਦੇਣੀਆਂ ਚਾਹੀਦੀਆਂ। ਇਹਨਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਣੀ ਚਾਹੀਦੀ। ਇਹਨਾਂ ਨੂੰ ਇਹਨਾਂ ਦੇ तमाम ਪੱਤੇ ਬੰਦ ਹੋਣੇ ਚਾਹੀਦੇ ਹੈ। ਨਹੀਂ ਤੇ ਜਿੰਨੀ ਗਿਰਾਵਟ ਆ ਚੁੱਕੀ ਹੈ ਸਿਸਟਮ ਦੇ ਵਿੱਚ, ਇਹਦੀ ਸੁਧਾਰ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਇਹੋ ਹੀ ਕਾਰਨ ਹੈ ਕਿ ਸਾਡਾ ਜਿਹੜਾ ਯੂਥ ਹੈ ਸਾਰਾ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈ। ਅੰਮ੍ਰਿਤਸਰ ਤੋਂ D4 ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ ਰਿਪੋਰਟ।